ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ। ਹਜ਼ੂਰ ਪਿਤਾ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਕਰਕੇ ਸਤ ਸੰਗਤ ਕਰਨ ਦਾ ਇਸ ਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਸਭ ਤੋਂ ਉੱਤਮ ਵੇਲਾ ਉਹ ਹੈ ਜਿਸ ਵੇਲੇ ਦੇ ਵਿੱਚ ਸਾਨੂੰ ਪਰਮੇਸ਼ਰ ਦੀ ਯਾਦ ਹਿਰਦੇ ਦੇ ਵਿੱਚ ਆ ਵਸਦੀ ਹੈ। ਜਿਹਨੂੰ ਸਤਿਗੁਰੂ ਕੀ ਬਾਣੀ ਨੇ ਬਚਨ ਕੀਤਾ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਆਪ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹੋ, ਉੱਥੇ ਹੀ ਗੁਰੂ ਸਵਾਰਿਆਂ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜ ਬੈਠੇ ਹੋ। ਆਓ ਜਿੰਨੇ ਵੀ ਸਰੀਰ ਗੁਰੂ ਕੇ ਚਰਨਾਂ 'ਚ ਦੂਰ ਦਰੇਡਿਆਂ ਤੋਂ ਚੱਲ ਕਰਕੇ ਜੁੜ ਬੈਠੇ ਹਾਂ, ਆਪਣੇ ਚਿੱਤ ਦੀ ਇਕਾਗਰਤਾ ਵਾਸਤੇ ਆਪਣੀ ਹਾਜ਼ਰੀ ਗੁਰਦੇਵ ਦੇ ਪਾਵਨ ਚਰਨ ਕਮਲਾਂ 'ਚ ਲਗਵਾਉਣ ਵਾਸਤੇ ਝੁਕਾਓ ਸੀਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਜਦੇ ਕਰ ਰਹੇ ਹਾਂ। ਔਰ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਦੋ ਪਾਵਨ ਦਿਹਾੜੇ ਐਸੇ ਆਏ ਜਿਹੜੇ ਸਿਰਫ ਤੇ ਸਿਰਫ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸੰਬੰਧਿਤ ਸਨ। ਪਿਛਲੇ ਦਿਨਾਂ ਦੇ ਵਿੱਚ ਸਿੱਖ ਜਗਤ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਹੈ। ਜਿਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਚੌਰ ਸਾਹਿਬ ਕਰਦੇ ਨੇ। ਪਾਵਨ ਸਵਰੂਪ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਪਰ ਹੈ ਤੇ ਆਪਣੀ ਰਸਨਾ ਤੋਂ ਬਚਨ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਤੇ ਉਸ ਸਮੇਂ ਪਹਿਲਾ ਹੁਕਮਨਾਮਾ ਸਿੱਖ ਪੰਥ ਦੀ ਝੋਲੀ ਦੇ ਵਿੱਚ ਪਿਆ ਸੀ ਕਿ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਹਿਲਾ ਪ੍ਰਕਾਸ਼ ਪੁਰਬ ਜਿਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦੇ ਆ। ਔਰ ਦੂਸਰਾ ਪਾਵਨ ਪੁਰਬ ਜੋ ਕੱਲ ਰੋਜ਼ ਸਮੂਹ ਸਿੱਖ ਜਗਤ ਨੇ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਹੈ। ਸਿਰਫ ਦੁਨੀਆ ਦੇ ਉੱਤੇ ਗੁਰਮੁਖੋ ਸਿਰਫ ਤੇ ਸਿਰਫ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਨੇ ਜਿਨ੍ਹਾਂ ਨੂੰ ਜਾਗਤ ਗੁਰੂ ਦਾ ਖਿਤਾਬ ਪ੍ਰਾਪਤ ਹੈ, ਜਿਨ੍ਹਾਂ ਨੂੰ ਜਿੰਦਾ ਗੁਰੂ ਆਖਿਆ ਜਾਂਦਾ ਹੈ, ਲਿਵਿੰਗ ਗੁਰੂ ਹੈ। ਔਰ ਚੇਤੇ ਰੱਖਿਓ, ਦੁਨੀਆ ਦੇ ਉੱਤੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਗੁਰਮੁਖੋ, ਉਹਨਾਂ ਦੇ ਵਿੱਚ ਸਿਰਫ ਆਪਣੇ ਫਿਰਕੇ, ਆਪਣੇ ਧਰਮ ਦੇ ਸੰਬੰਧੀ ਉਪਦੇਸ਼ ਮਿਲਣਗੇ। ਇੱਕ ਧਾਰਮਿਕ ਗ੍ਰੰਥ ਭਾਵੇਂ ਉਹ ਵੇਦ ਨੇ, ਸਿਮਰਤੀਆਂ, ਸ਼ਾਸਤਰ, ਪੁਰਾਣ ਨੇ, ਉਹਨਾਂ ਦੇ ਅੰਦਰ ਸਿਰਫ ਤੇ ਸਿਰਫ ਇੱਕ ਹਿੰਦੂ ਵਾਸਤੇ ਹੀ ਉਪਦੇਸ਼ ਮਿਲੇਗਾ। ਉਸ ਤੋਂ ਉਲਟ ਕੁਰਾਨ ਸ਼ਰੀਫ ਹੈ,
ਆਇਤਾਂ ਨੇ ਉਹਨਾਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਇਸਲਾਮ ਧਰਮ ਨੂੰ ਮੰਨਣ ਵਾਲੇ ਵਾਸਤੇ ਉਪਦੇਸ਼ ਆ, ਬਾਈਬਲ ਦੇ ਵਿੱਚ ਇੱਕ ਕ੍ਰਿਸਚਨ ਵਾਸਤੇ ਉਪਦੇਸ਼ ਆ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਇਸ ਬਾਣੀ ਦੇ ਅੰਦਰ ਸਤਿਗੁਰੂ ਇੱਕ ਹਿੰਦੂ ਨੂੰ ਵੀ ਉਪਦੇਸ਼ ਦਿੰਦੇ ਪਏ ਆ। ਇੱਥੇ ਜੇ ਮੁਸਲਮਾਨ ਕੋਈ ਆਉਂਦਾ ਪਿਆ ਤੇ ਸਤਿਗੁਰੂ ਉਹਨੂੰ ਵੀ ਆਵਾਜ਼ ਦੇ ਕੇ ਹਲੂਣਾ ਦਿੰਦੇ ਪਏ ਆ। ਔਰ ਚੇਤੇ ਰੱਖਿਓ, ਬਾਕੀ ਧਰਮਾਂ ਦੇ ਅੰਦਰ ਸਿਰਫ ਉਹਨਾਂ ਦੀ ਲਿਖਤ ਦਰਜ ਹੈ ਜਿਹੜੇ ਉਸ ਧਰਮ ਨੂੰ ਸੰਬੰਧ ਰੱਖਦੇ ਆ। ਪਰ ਮੈਂ ਬੇਨਤੀ ਕੀਤੀ ਸੀ ਗੁਰਮੁਖੋ, ਇੱਥੇ ਤੇ ਬਾਬਾ ਫਰੀਦ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ 300 ਸਾਲ ਪਹਿਲਾਂ ਹੁੰਦੇ ਪਏ ਆ, ਪਰ ਫਿਰ ਵੀ ਅੱਜ ਵੀ ਸਿੱਖ ਉਹਨਾਂ ਦੀ ਬਾਣੀ ਨੂੰ ਸਿਜਦੇ ਕਰਦਾ ਹੈ। ਇੱਥੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ, ਇੱਥੇ ਭਗਤ ਜੈਦੇਵ ਜੀ ਜਿਹੜੇ ਤਕਰੀਬਨ 300 ਸਾਲ ਦੇ ਲਾਗੇ ਪਹਿਲਾਂ ਹੋ ਚੁੱਕੇ ਨੇ, ਪਰ ਜਦੋਂ ਅੱਜ ਵੀ ਸਿੱਖ ਪੜ੍ਹਦਾ ਤੇ ਉਹਨਾਂ ਦੇ ਅੱਗੇ ਵੀ ਸਿਜਦੇ ਕਰਦੇ ਪਏ ਨੇ। ਮਰਨ ਗੁਰੂ ਦੇ ਅਰਥ ਹੀ ਇਹ ਨੇ, ਕਿਉਂਕਿ ਅਸੀਂ ਆਮ ਪੰਜਾਬੀ ਭਾਸ਼ਾ ਦੇ ਵਿੱਚ ਜਦੋਂ ਅਸੀਂ ਗੁਰੂ ਸ਼ਬਦ ਲਿਖਦੇ ਹਾਂ, ਇਹ ਦੋ ਅੱਖਰਾਂ ਦਾ ਸੁਮੇਲ ਆ ਜੀ। ਅਸੀਂ ਆਮ ਕਰਕੇ ਲਿਖਾਂਗੇ ਗੱਗੇ ਦੇ ਔਂਕੜ ਤੇ ਰਾੜੇ ਦੇ ਦਲੌਂਕੜਾ ਗੁਰੂ। ਤੇ ਚੇਤੇ ਰੱਖਿਓ, ਜਦੋਂ ਗੱਗੇ ਦੇ ਔਂਕੜ ਪੈਂਦੇ ਆ, ਦੋ ਅੱਖਰਾਂ ਦਾ ਸੁਮੇਲ ਆ। ਗੱਗੇ ਦੇ ਔਂਕੜ ਦਾ ਗੋ ਦਾ ਅਰਥ ਹੈ ਹਨੇਰਾ ਤੇ ਰੂ ਦਾ ਅਰਥ ਹੈ ਚਾਨਣ, ਤੇ ਗੁਰੂ ਸ਼ਬਦ ਦੇ ਆਖਰੀ ਅਰਥ ਹੀ ਇਹ ਨੇ ਜਿਹੜਾ ਅਗਿਆਨਤਾ ਦੇ ਵਿੱਚੋਂ ਕੱਢ ਕੇ ਚਾਨਣ ਵਾਲੇ ਪਾਸੇ ਲੈ ਜਾਵੇ। ਜਿਹਨੂੰ ਸਤਿਗੁਰੂ ਕੀ ਬਾਣੀ ਅੰਦਰ ਅਸੀਂ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਜਿਹੜਾ ਅਗਿਆਨਤਾ ਨੂੰ ਖਤਮ ਕਰਦਾ ਹੈ। ਔਰ ਚੇਤੇ ਰੱਖਿਓ, ਸਾਡੇ ਭਰਾ ਮਿੱਤਰ ਸਕੇ ਸੰਬੰਧੀ ਜਿੰਨੇ ਵੀ ਨੇ, ਇਹਨਾਂ ਦੇ ਕੋਲ ਤਾਕਤ ਜ਼ਰੂਰ ਆ, ਪਰ ਮਰ ਕੇ ਨੇ ਇਹਨਾਂ ਦੀ ਤਾਕਤ ਬਿਲਕੁਲ ਥੋੜੀ ਆ। ਗੁਰੂ ਦੇ ਕੋਲ ਕਿੰਨੀ ਕੁ ਤਾਕਤ ਆ। ਮਰ ਕੇ ਨੇ ਗੁਰ ਪੂਰਾ ਭੇਟਿਓ ਵਡਭਾਗੀ, ਮਨੇ ਪਿਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਜਿੱਥੇ ਕੋਈ ਪਹੁੰਚਣ ਵਾਲਾ ਨਹੀਂ, ਜਿੱਥੇ ਕੋਈ ਜਾ ਕੇ ਬਾਹ ਨਹੀਂ ਫੜੇਗਾ। ਅਸੀਂ ਆਮ ਕਰਕੇ ਸ਼ਬਦ ਪੜ੍ਹਦੇ ਹਾਂ, ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੀ। ਜਿੱਥੇ ਕੋਈ ਪਹੁੰਚਣ ਵਾਲਾ ਨਹੀਂ। ਚੇਤੇ ਰੱਖਿਓ, ਡਾਕਟਰ ਨੀਮ ਹਕੀਮ ਜਿੰਨੇ ਕੁਝ ਵੀ ਆ, ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੜਾ ਸੋਹਣਾ ਸ਼ਲੋਕ ਹੈ ਜੀ, ਜਦੋਂ ਕਿਤੇ ਬੰਦੇ ਦੇ ਸਰੀਰ ਦੇ ਵਿੱਚ ਕੋਈ ਢਿੱਲ ਮੱਠ ਹੋਈ, ਪਰਿਵਾਰ ਵਾਲਿਆਂ ਨੇ ਯਤਨ ਕੀਤਾ ਕਿ ਛੇਤੀ ਤੋਂ ਛੇਤੀ ਕਿਸੇ ਚੰਗੇ ਡਾਕਟਰ ਦੇ ਕੋਲ, ਕਿਸੇ ਸਿਆਣੇ ਦੇ ਕੋਲ ਇਹਨੂੰ ਲੈ ਕੇ ਜਾਇਆ ਜਾਏ ਤਾਂ ਜੋ ਇਹਦੀ ਜ਼ਿੰਦਗੀ ਬਚ ਸਕੇ। ਪਰ ਮਰ ਕੇ ਨੇ ਜਿਸ ਸਮੇਂ ਮੌਤ ਆਉਂਦੀ ਆ, ਜਿਸ ਸਮੇਂ ਮੌਤ ਨੇ ਆ ਕੇ ਗੱਲ ਵਕੜੀ ਪਾਉਣੀ, ਮਰ ਕੇ ਨੇ ਉਦੋਂ ਕੋਈ ਉਹਦੇ ਕੋਲ ਨਹੀਂ ਖਲੋ ਸਕਦਾ। ਮਰਦ ਬਚਨ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਰੋਕਣ ਦਾ ਯਤਨ ਕੀਤਾ ਗਿਆ ਕਿ ਜਿਹੜਾ ਬਿਮਾਰ ਪਿਆ ਇਹਨੂੰ ਬਚਾ ਲਿਆ ਜਾਵੇ, ਇਹਨੂੰ ਰੋਕ ਲਿਆ ਜਾਵੇ। ਪਰ ਮਰ ਕਹਿੰਦੇ ਜਦੋਂ ਮੌਤ ਆਈ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਮਰ ਕਹਿੰਦੇ ਮੌਤ ਜਦੋਂ ਆਉਂਦੀ ਆ ਸਾਰੇ ਦਰਵਾਜ਼ੇ ਤੋੜ ਦਿੰਦੀ ਆ। ਇੱਕ ਤੇ ਆ ਜੀ ਬਾਹਰ ਦੇ ਦਰਵਾਜ਼ੇ, ਅੱਜ ਸਾਡਾ ਪਰਿਵਾਰ ਇੱਕ ਕੀ ਆ, ਸਾਡੇ ਦਰਵਾਜ਼ੇ ਆ ਜੀ, ਸਾਨੂੰ ਇੱਕ ਹੌਸਲਾ ਆ ਕਿ ਮੇਰਾ ਪਰਿਵਾਰ ਆ, ਮੈਨੂੰ ਬਚਾਏਗਾ। ਪਰ ਮਰ ਕੇ ਨੇ ਪਰਿਵਾਰ ਦੇ ਦਰਵਾਜ਼ੇ ਤੇ ਟੁੱਟੇ ਹੀ ਟੁੱਟੇ। ਗੁਰਮੁਖਾ ਚੇਤੇ ਰੱਖ, ਤੇਰੇ ਸਰੀਰ ਦੇ ਦਰਵਾਜ਼ੇ ਵੀ ਮੌਤ ਤੋੜ ਕੇ ਰੱਖ ਦਿੰਦੀ ਆ। ਸਾਡੀਆਂ ਅੱਖਾਂ ਨਾਲ ਨੇ ਦੋਨੇ, ਪਰ ਅੱਜ ਕੋਲ ਬੈਠੇ ਟੱਬਰ ਦੇ ਰੋਂਦੇ ਹੋਏ ਦੀਆਂ ਅੱਖਾਂ ਨਹੀਂ ਦੇਖ ਸਕਦੀਆਂ। ਕੰਨ ਨਾਲ ਨੇ ਪਰ ਰੋਂਦਿਆਂ ਦੀਆਂ ਆਵਾਜ਼ਾਂ ਨਹੀਂ ਸੁਣ ਸਕਦਾ। ਜ਼ੁਬਾਨ ਕੋਲ ਆ, ਬੋਲ ਨਹੀਂ ਸਕਦੀ ਪਈ। ਮਰ ਕੇ ਨੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਤੇ ਜਿਹੜਾ ਕਹਿੰਦਾ ਸੀ ਮੈਂ ਸਾਰਿਆਂ ਤੋਂ ਚੰਗਾ, ਮਰ ਕੇ ਨੇ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦਾ ਕੰਨ, ਅਮਲ ਜੇ ਕੀਤੇ ਦੁਨੀ ਵਿੱਚ ਤਾਂ ਦਰਗਹਿ ਆਏ ਕੰਨ। ਚੰਗੇ ਅਮਲ, ਮਰ ਕੇ ਨੇ ਹੁਣ ਜਿਹੜਾ ਬੰਦਾ ਚਲਾ ਗਿਆ ਉਹਦੇ ਨਾਲ ਕੀ ਜਾਏਗਾ। ਵੈਦੋ ਨਾ ਬਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜਿੱਥੇ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਹੀਂ, ਉੱਥੇ ਗੁਰੂ ਰੱਖਣ ਵਾਲਾ, ਜਿੱਥੇ ਕੋਈ ਪਹੁੰਚਣ ਵਾਲਾ ਨਹੀਂ, ਉੱਥੇ ਤੇਰੀ ਰੱਖ। ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ ਨਾਈ ਤੇਰਾ ਛੜ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਦੇ ਅੰਦਰ ਏਡੀ ਵੱਡੀ ਤਾਕਤ ਆ, ਔਰ ਗੁਰ ਪਰਮੇਸ਼ਰ ਇੱਕ ਹੋ ਜਾਣ। ਮਰਦ ਕਹਿੰਦੇ ਗੁਰੂ ਦੇ ਕੋਲ ਤੇ ਇੰਨੀ ਵੱਡੀ ਤਾਕਤ ਆ। ਚੇਤੇ ਰੱਖਿਓ, ਗੁਰੂ ਤੇ ਉਸ ਅਕਾਲ ਪੁਰਖ ਦੇ ਵਿੱਚ ਕੋਈ ਵੀ ਭੇਦ ਨਹੀਂ ਰਹਿ ਜਾਂਦਾ।
जेड़े एक जोत एका मिली किंबा होए मोए, जेड़ी एक जोत उस परमेश्वर दे विच बिल्कुल लीन होगी, कोई भेद नहीं रह गया। फिर उस तो अगां असी ग्रंथ शब्द वरते हैं। चेते रखियो, ग्रंथ तो किसी एक बंदे की लिखी हुई किताब नूं कदे ग्रंथ नहीं कहा जाता। हाँ, वो पुस्तक किताब का दर्जा जरूर पा सकती है, पर ग्रंथ नहीं वो बन सकता। ग्रंथ किनू कहा जाता है? जिथे वख-वख धर्मां दे, वख-वख फिरकियां दे, वख-वख मनौतां नूं मनण वाले इकट्ठे हो जाण। चेते रखियो, गुरु ग्रंथ साहिब महाराज दे अंदर एक पासे गुरमुखो तीर्थ ते जाण वास्ते कहा जाता पिया है। उत्थे महाराज इशनान का जिक्र करते पे ने कि कर इशनान सिमर प्रभ अपना, मन तन भय अरोगा, कोट बिगन लाते प्रभ शरणा, प्रगटे भले संजोगा। ते एक पासे मार कहने उत्थे इशनान करन दा भी की फायदा जे अंदर तेरे उसे तरह मैल भरी पई है। एक इशनान नूं आखदे पे ने कि इशनान कर, दूजे पासे मार ने इशनान का खंडन भी कीता। एक पासे मार कहने तीर्थां ते जा, ते दूजे पासे ये भी कहते पे ने कि तीर्थ नहावन जाओ, तीर्थ नाम है। कहने लगे की तीर्थां ते भजदा फिरदा जे अजे तीक तेरे अंदर ओही विकार चलदे पए ने। एक पासे गुरु शब्द नूं एडी वड्डी महानता दिती गई है, पर मार ने आख्या चेते रखी, गुरु शब्द जिन्ना महान है, अज दे समय च सब तो वध दुर्वरतों भी इहदी कीती जांदी है। संत जिथे ने, जिथे सच होवेगा गुरमुख उत्थे झूठ भी आ, जिथे धर्म आ उत्थे पाप भी होवेगा। कदे भी मर के ने बाहर दी निमरता नूं दे के ये ना मन बैठ कि ये धर्मी आ। असीं हुण गुरद्वारा साहिब इत्थे आए आ। हुण गुरद्वारा की आ जी? एक धर्म दी निशानी आ। जेड़े गुरद्वारे जांदे आ मार के असीं आम कहने जी ते बड़ा धर्मी आ, रोज गुरद्वारे जांदा है। पर चेते रखो, जे गुरद्वारे जाण वाले धर्मी बन जाण ते गुरद्वारे अनाउंसमेंटां क्यों करनियां पैंदियां कि अपनी जेबां बचा के रखियो, कोई चोरी कर सकदा है। ਇਹਦਾ मतलब कला आउण दे नाल बंदा धर्मी नहीं। चेते रखियो, कई बारी धर्म अस्थानां दे उत्ते भी वड्डे वड्डे ठग बैठे हुंदे आ, इत्थे भी वड्डे वड्डे चोर बैठे आ। चेते रखियो, सतगुरु सच्चे पातशाह जिथे धर्म आ मर के ने, जे धर्म अगे आ ते तेरे कर्म प्रवान ने, पर जे कर्म अगे करें ते धर्म नूं पिछा छड़ देवे। फिर सतगुरु ने कर्म धर्म पाखंड जो दिसै, धर्म पिछे छड़ छड्या, सिर्फ कर्म करदा पिया। अज गुरद्वारे आया और चेते रखियो, पहला सतगुरु ते सानू रोज कह के गया कि गुरद्वारे जा, पर अज किसे मेरे वर्गे ने कह दिता कि पुछया कि मेरा काम नहीं बनता, ते किसी ने कह दिता कि रोज उठ महीना सवा महीना अमृत वेले जा गुरद्वारे, क्यों ना तेरा काम बनेगा। ते असी अमृत वेले पैरां च जुत्ती पाए बिना भी पोह दियां ठंडियां रातां नूं गुरद्वारे तुर पैंदे आ। ते महाराज कहंदे पए ने, कबीर काम परे हर सिमरिया, ऐसा सिमरो नित। जे अज तैनूं लोड़ पई ते तू रब नूं पूजण वाले पासे तुर पिया, ते महाराज कहंदे जे इदां दा रोज ही चेते करें ते तेरे ते कदे विपता ही ना आण बने। सतगुरु सच्चे पातशाह ने आख्या, चेते रखी, जे सिर्फ तेरे कर्म प्रधान ने, धर्म नहीं, ते तेरे कर्म भी सिर्फ पाखंड बन गए। पर जे किते तेरे धर्म नूं महानता है, तेरे कर्म धर्म दे अनुसार ने, फिर मार के निर्बाण कीर्तन गावो करते का, निमक सिमरत जित छूटे। जे धर्म दे अनुसार चलेगा, एक निमक दे विच भी छुटकारा हो सकता है। महर ने गुरु ग्रंथ साहिब महाराज सानू बख्शिश कीता। गुरु के रागी सिंह शब्द पढ़ते पे सन, आवो सिख सतगुरु के प्यारिओ, गावो सच्ची बाणी। हुण असीं आखांगे सतगुरु गुरु अमरदास सानू आवाज देंदे पए ने, पर मैं कहना उहदे तो अगला शब्द भी असीं पढ़ीए। जेड़े ते रोज नितनेम करदे आ, उन्हां नूं जरूर ये चेते होवेगा, गुरु के सिखो, सिख दा जो नेम है, जो साडी मर्यादा है, असीं साडा अंदर अज क्यों टुटा फिरदा है। अज कोई भी उठदा सानू अपने पिछे ला के असीं तुर पैंदे जी फलाना इदां। चेते रखियो, सिख दा जो नेम सी मारने ते इथों तक आख्या सी, सिख अमृत वेले उठे ते जिन्ना चिर तक जपजी साहिब नहीं पढ़ लेंदा, मूंह दे विच एक दाना तक ना पाए। पर अज साडे हालात देखो, बड़े चुनिंदे घर इदां दे होणगे जिथे अमृत वेले किते आसा दी वार दा कीर्तन सुनिया जांदा टीवी ला के,
नहीं तो दुखांत ते यह आ साडियां माफ करना माइयां बीबियां ते इत्थों तक कहंदे कि रोटी पकाउंदे समय मेरे सामने टीवी चलना चाहिए। और चेते रखियो जिद्दां दा असीं सुणदे पए हां, जिद्दां दा असीं देखदे पए हां, चेते रखियो मन जिद्दां दी भावना लैके असीं खाना तैयार करांगे, खाण वाले दे अंदर उदां दी एनर्जी प्रगट हुंदी है। जो संसार दे उत्ते असीं देखदे पे हां, हर एक चीज एनर्जी वाइब्रेशन नूं अपने अंदर जजब करदी आ। ते चेते रखियो जे भोजन प्रशादा तैयार करन लग्गिया एक मां जपजी साहिब पढ़दी आ, बहुता नहीं ते वाहिगुरू वाहिगुरू करेगी। चेते रखियो खाण वाले दे अंदर भी सबर ते संतोख पैदा होएगा। नहीं तो इदां दे घर भी देखे आ जिथे कुछ घड़ियां प्रशादा लेट हो जाए तो घर च कलेश पै जाता है। सतगुरु सच्चे पातशाह जी ने जो सानू मर्यादा दिती है, देखो मैं पिछले दिन शायद बेनती भी की सी, जदों बंदा मरदा है असी सारे कहने महाराज इनू अपने चरना च थां दिओ, असी सारे उहदे वास्ते अरदास करते हैं। पर सतगुरु कहंदे ने किन्ना चंगा होवे जे बंदे दे जम्मण तो पहला उहदे वास्ते अरदास कीती जावे। असी आखांगे अजे पैदा नहीं होया उहदे वास्ते अरदास कीते हैं। चेते रखियो गुरमुखो, जिस समय मां दी कुख दे विच बच्चा आउंदा है, सतगुरु ने जे उस समय मां परमेश्वर दी भगती दे विच जुड़े, उस समय मां हाथ जोड़ के परिवार अरदास करे, सतगुरु इस कुख दे विचों जम्मण वाला तेरी बंदगी वाला होवे। ते मां 9 महीने बाणी पढ़े, मां नूं कहण दी लोड़ नहीं पैंदी, बच्चा धुर तो ही गुरमुख पैदा होता है। सतगुरु का वचन असी पढ़िए, मार्ग ने सतगुरु साचा दिया भेद, चिर जीवन उपजा संजोग, उधर माहे आए किया निवास, माता कै मन बहुत विगास। ते जिस मां दे अंदर विगास केड़ा है, विगास मार्ग ने सुनिया दुख पाप का नाश, नानक भगता सदा विगास। जिहदे अंदर ये विगास आ ते मार्ग ने उस कुख चो पैदा कौन होवेगा, जम्मिया पूत भगत गोबिंद का। मार्ग ने वो भगत होके पैदा हुंदा है। धन श्री गुरु ग्रंथ साहिब महाराज जी दे अंदर हजूर पिता ने बेअंत रहमतां साडे ते वरताईयां। चेते रखियो पहला 13 अंग जपजी साहिब दे आ, पहला 8 अंग मारने जपजी साहिब, फिर 100 दर दे शब्द आउंदे आ, फिर 100 पुरख दे शब्द आ, फिर सोहिला साहिब, ये 13 अंग पहले। फिर 13वें अंग तो जाके श्री राग आरंभ हुंदा है। जपजी साहिब की आ, गुरमुखो विद्वान पुरखा ने सब तो पहला गुरु नानक देव महाराज ने एक ओंकार लिखिया है। एका सिर्फ गिनती वाला है, उते जां आम पंजाबी च असीं ईड़ी सिहारी उत्ते अद कक्का करके लिखदे हां, जां बाणी दे अंदर ईड़ी नूं लांघ करके कक्का एक भी आया है, जां ईड़ी नूं सिहारी कक्का एक भी आया है। पर सतगुरु ने इन्नी महानता दिती कि कल नूं किते इह ना होवे कि ईड़ी दा कोई वखरा अर्थ कढदा फिरे ते कक्के दा कोई वखरा कढदा फिरे। मर ने गिनती दा एका पा दिता, कहण लगे एका भावें जिद्दां मर्जी पिया होवे, एक दा मतलब सिर्फ एक ही है, वो अकाल पुरख एक आ। फिर आम साडे दे विचों कोई उठ के आखेगा फिर की होया, फिर ते धरती भी एक आ, फिर ते धरती दे दुआले घूमण वाला चंद्रमा भी एक आ। पर मार्ग ने एदे वर्गे धरतियां, एदे वर्गे चंद्रमा सतगुरु ने अनेकां पैदा कर दिते आ। उस अकाल पुरख वर्गा कोई दूसरा होर नहीं, वो अद्वितीय है ते है भी सर्वशक्तिमान। सतनाम चेते रखियो, दुनिया दे जिन्ने भी नाम ने ये सदा रहन वाले नाम ने। आखिर असीं इत्थे बैठे हां, दादे पड़दादे तो अगा किन्नियां कदे नाम सानू चेते ने। दादे पड़दादे ती वध तो वध एक पीढ़ी अगे चेते कर लांगे, पर मारे कहने परमेश्वर दा नाम की है। असीं जिन्ने भी नाम असीं रब दे रखे, किसी ने देखिया जी रब गरीबां ते बख्शिशां करन वाला है, असीं नाम रख दिता पतित पावन गरीब निवाज। जे वो पापियां नूं नाश करदे, धरती नूं सहारा देण वाला, असीं नाम रख दिता गोबिंद। जे धरती नूं पालदा, असीं नाम रख दिता गोपाल। पर सतगुरु कहंदे पए ने किरतम नाम कथे तेरे जिहबा, सतनाम तेरा परापूर बला। हे अकाल पुरख जी, तुहाडा नाम सਦੀव काल वास्ते सच्चा है, जेड़ा कदे खत्म होने वाला नहीं। दुनिया दे नाम खत्म हो जाणगे,
ਮਹਾਰਾਜ ਨੇ ਜਪਜੀ ਸਾਹਿਬ ਦਿੱਤਾ ਜੀ ਸਾਨੂੰ, ਤੇ ਜਪਜੀ ਸਾਹਿਬ ਦੇ ਵਿੱਚ ਸਿੱਖਾਂ ਨੇ ਸਵਾਲ ਕੀਤਾ, ਮਹਾਰਾਜ ਕਿਵੇਂ ਰੱਬ ਦੇ ਘਰ ਚ ਪ੍ਰਵਾਨ ਹੋਈਏ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਰ। ਕਿਵੇਂ ਸਚਿਆਰ ਹੋਈਏ, ਕਿਵੇਂ ਕੂੜ ਦੀ ਕੰਧ ਟੁੱਟੇ। ਤੇ ਮਹਾਰਾਜ ਨੇ ਅਗਲੇ ਬਚਨ ਕੀਤਾ, ਕਹਿਣ ਲੱਗੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਸਭ ਤੋਂ ਵੱਡੀ ਗੁਰਮੁਖੋ ਗੁਰੂ ਦੇ ਕੋਲੋਂ ਜੇ ਦਾਤ ਮੰਗਣੀਆਂ ਤੇ ਹੁਕਮ ਦੇ ਅੰਦਰ ਚੱਲਣ ਦੀ ਜਾਚ ਸਿੱਖ ਲਈਏ। ਜਿੰਨਾ ਚਿਰ ਤੱਕ ਅਸੀਂ ਹੁਕਮ ਨਹੀਂ ਮੰਨਦੇ, ਚੇਤੇ ਰੱਖਿਓ ਦੁਖਾਂਤ ਇਹ ਆ, ਚੰਗਿਆਈ ਬੰਦਾ ਆਪਣੇ ਪੱਲੇ ਮੜਦਾ ਤੇ ਬੁਰਿਆਈ ਅਸੀਂ ਰੱਬ ਦੇ ਮੱਥੇ ਮੜਦੇ ਹਾਂ। ਅਸੀਂ ਹੁਕਮ ਨਹੀਂ ਮੰਨਦੇ, ਅਸੀਂ ਕਹਿੰਦੇ ਚੰਗਾ ਹੋਇਆ ਮੇਰੇ ਕਰਕੇ ਹੋ ਗਿਆ, ਤੇ ਮਾੜਾ ਹੋ ਗਿਆ ਰੱਬਾ ਤੂੰ ਸਾਡੇ ਨਾਲ ਕੀ ਦੁਸ਼ਮਣੀ ਕੀਤੀ। ਅਸੀਂ ਰੱਬ ਨੂੰ ਮਾੜਾ ਕਹਿਣ ਵਾਲੇ ਪਾਸੇ ਤੁਰ ਪੈਂਦੇ। ਪਰ ਜਪਜੀ ਸਾਹਿਬ ਪੜਨ ਵਾਲਿਓ ਕਦੇ ਧਿਆਨ ਦੇ ਕੇ ਅਸੀਂ ਪੜੀਏ, ਕੇਤਿਆ ਦੁਖ ਭੂਖ ਸਦ ਮਾਰ ਇਹ ਪੇਦਾਤ ਤੇਰੀ ਦਾਤਾਰ। ਅਸੀਂ ਤੇ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਤੇ ਮਾਫ ਕਰਨਾ ਇਹ ਬਹੁਤ ਵੱਡੀ ਬੇਅਦਬੀ ਆ। ਇੱਕ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਪਹਿਲਾਂ ਤਿਆਰ ਕਰਦਿਆਂ ਫਿਰ ਪ੍ਰਕਾਸ਼ ਕੀਤਾ ਜਾਂਦਾ ਬਾਣੀ ਦਾ, ਤੇ ਅਸੀਂ ਗੱਡੀਆਂ ਮੋਟਰਸਾਈਕਲਾਂ ਤੇ ਘੱਟਾ ਮਿੱਟੀ ਪਤਾ ਨਹੀਂ ਕਿੰਨਾ ਕੁਝ ਉੱਥੇ ਪੈਂਦਾ ਹੈ। ਅਸੀਂ ਸਾਰਾ ਕੁਝ ਲਿਖਾ ਕੇ ਸੋਚਦੇ ਹਾਂ ਅਸੀਂ ਬੜੇ ਵੱਡੇ ਧਰਮੀ ਹੋ ਗਏ, ਬਹੁਤ ਕੁਝ ਅਸੀਂ ਲਿਖਾਈ ਫਿਰਦੇ ਹਾਂ। ਪਰ ਚੇਤੇ ਰੱਖਿਓ ਮਾਰਕ ਨੇ ਗੁਰੂ ਕੀ ਬਾਣੀ ਦਾ ਜਿਨ੍ਹਾਂ ਨੇ ਸਭ ਤੋਂ ਵੱਧ ਅਦਬ ਕੀਤਾ, ਗੁਰੂ ਕੀਆਂ ਰਹਿਮਤਾਂ ਵੀ ਉਹਨਾਂ ਦੇ ਉੱਤੇ ਵਰਤੀਆਂ। ਜਿਨ੍ਹਾਂ ਨੇ ਗੁਰੂ ਕੀ ਬਾਣੀ ਦਾ ਅਦਬ ਨਹੀਂ ਕੀਤਾ, ਗੁਰੂ ਹਰਿਰਾਏ ਸਾਹਿਬ ਜੀ ਤੇ ਇਥੋਂ ਤੱਕ ਆਖਿਆ ਸੀ ਜਿਨ੍ਹਾਂ ਨੇ ਅਦਬ ਨਹੀਂ ਕੀਤਾ ਉਹ ਸਾਡਾ ਸਿੱਖ ਹੀ ਨਹੀਂ, ਅਸੀਂ ਉਹਨੂੰ ਆਪਣੇ ਮੱਥੇ ਕਦੇ ਨਹੀਂ ਲਾਉਣਾ। ਇਹੀ ਕਾਰਨ ਗੁਰਮੁਖੋ ਅੱਜ ਅਸੀਂ ਇੱਥੇ ਬੈਠੇ ਹਾਂ। ਦੋ ਨੇ ਇੱਥੇ ਜਗ੍ਹਾ ਜਿਹੜੀਆਂ ਗੁਰੂ ਘਰ ਦੇ ਵਿੱਚ ਉੱਚੀਆਂ ਨੇ। ਪਹਿਲਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਜਿੱਥੇ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੱਥੇ ਵੀ ਪ੍ਰਕਾਸ਼ ਕੀਤਾ ਜਾਂਦਾ ਹੈ ਉੱਚੀ ਥਾਂ ਤੇ ਕੀਤਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਵਿਚਾਰ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦਾ ਉਪਦੇਸ਼ ਦੇਣਾ ਹੁੰਦਾ ਹੈ, ਰਾਗੀ ਢਾਡੀ ਪ੍ਰਚਾਰਕ ਕਥਾਵਾਚਕ, ਉਹਨਾਂ ਵਾਸਤੇ ਉੱਚੀ ਥਾਂ ਤਿਆਰ ਕੀਤੀ ਜਾਂਦੀ ਹੈ। ਜਿਨ੍ਹਾਂ ਬਾਣੀ ਦਾ ਸਤਿਕਾਰ ਹੈ, ਦੇਖੋ ਸਾਡਾ ਸਿਧਾਂਤ ਮਾਰਗ ਨੇ ਜਿਨਨੇ ਉਪਦੇਸ਼ ਦੇਣਾ ਉਹਨੂੰ ਵੀ ਉੱਚਾ ਬਿਠਾਓ ਤਾਂ ਜੋ ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਾ ਸਕੇ। ਧਿਆਨ ਰੱਖੋ ਮਹਾਰਾਜ ਨੇ ਜਿੱਡਾ ਕਿੱਡੀ ਵੱਡੀ ਰਹਿਮਤ ਸਾਡੇ ਤੇ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਸ ਸਮੇਂ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਕੀਤਾ ਜਾਂਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਉਸ ਦਿਨ ਤੋਂ ਬਾਅਦ ਕਦੇ ਮੰਜੇ ਤੇ ਨਹੀਂ ਸੁੱਤੇ। ਉਹਨਾਂ ਨੇ ਕੋਠਾ ਸਾਹਿਬ ਅਕਾਲ ਤਖਤ ਸਾਹਿਬ ਆਪ ਦਰਸ਼ਨ ਕਰੋ। ਅੱਜ ਵੀ ਜਦੋਂ ਮਹਾਰਾਜ ਦੇ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੋਠਾ ਸਾਹਿਬ ਅਕਾਲ ਤਖਤ ਸਾਹਿਬ ਜਾਂਦੇ ਆ, ਅੱਜ ਵੀ ਮਹਾਰਾਜ ਦੇ ਨਾਮ ਦੀ ਚਿੱਟੀ ਚਾਦਰ ਉੱਥੇ ਵਿਛਾਈ ਜਾਂਦੀ ਹੈ। ਮਹਾਰਾਜ ਸੁੱਤੇ ਨਹੀਂ, ਪਰ ਦੁੱਖ ਦੇ ਨਾਲ ਕਹਿਣਾ ਪੈਂਦਾ ਗੁਰਮੁਖੋ ਅਸੀਂ ਸਿੱਖਾਂ ਦੇ ਬੱਚੇ, ਸਾਡੇ ਘਰਾਂ ਦੇ ਵਿੱਚ ਗੁਰੂ ਕੀ ਬਾਣੀ ਦੇ ਅਖੰਡ ਪਾਠ ਸਾਹਿਬ ਚੱਲ ਰਹੇ ਹੁੰਦੇ ਆ ਤੇ ਕੋਈ ਲਾਗੇ ਬੈਠ ਕੇ ਸੁਣਨ ਵਾਸਤੇ ਰਾਜੀ ਨਹੀਂ। ਕੋਈ ਮੰਜਿਆਂ ਤੇ ਬੈਠਾ ਹੈ, ਕੋਈ ਸੋਫਿਆਂ ਦੇ ਉੱਤੇ ਬੈਠਾ ਹੈ। ਤੇ ਮੈਂ ਪਿਛਲੇ ਦਿਨੀ ਇੱਕ ਪੜਦਾ ਪਿਆ ਸੀ, ਉਹਨੇ ਬੜਾ ਸੋਹਣਾ ਲਿਖਿਆ ਕਿ ਅੱਜ ਦੇ ਸਿੱਖਾਂ ਦਾ ਹਾਲ ਕੀ ਆ। ਉਹਨੇ ਲਿਖਿਆ, ਕਹਿਣ ਲੱਗਾ ਅੱਜ ਤੇ ਸਿੱਖ ਕਰਦੇ ਕੀ ਆ, ਘਰ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਹੁੰਦਾ ਹੈ। ਤੇ ਉਹਨੇ ਦੋ ਤਿੰਨ ਲਾਈਨਾਂ ਲਿਖੀਆਂ। ਉਹ ਕਹਿੰਦਾ ਅਖੰਡ ਪਾਠ ਸਾਹਿਬ ਸਿੱਖਾਂ ਦੇ ਸੰਪੂਰਨ ਕਿਵੇਂ ਹੁੰਦੇ ਨੇ। ਉਹ ਲਿਖਦਾ, ਕਹਿੰਦਾ ਪਹਿਲਾ ਦਿਨ ਭਾਈਆਂ ਦਾ, ਜਿਸ ਦਿਨ ਅਖੰਡ ਪਾਠ ਸਾਹਿਬ ਰੱਖਿਆ ਗਿਆ ਉਸ ਦਿਨ ਜਿਹੜੇ ਗ੍ਰੰਥੀ ਸਿੰਘ ਪਾਠੀ ਸਾਹਿਬਾਨ ਆਏ, ਬੜੀ ਸੇਵਾ ਕੀਤੀ ਗਈ ਉਹਨਾਂ ਦੀ ਕਿ ਸਾਡੇ ਘਰ ਚ ਪਾਠ ਰੱਖਿਆ, ਪਾਠੀ ਸਿੰਘ ਆਏ ਨੇ ਅਸੀਂ ਸੇਵਾ ਕਰਨੀ ਹੈ। ਪਰ ਕਹਿਣ ਲੱਗਾ ਅੱਜ ਦੂਜਾ ਦਿਨ ਚੜਿਆ, ਪਹਿਲਾ ਦਿਨ ਭਾਈਆਂ ਦਾ, ਦੂਜਾ ਦਿਨ ਜਵਾਈਆਂ ਦਾ। ਕਹਿਣ ਲੱਗੇ ਦੂਜਾ ਦਿਨ ਆਇਆ ਤੇ ਘਰ ਚ ਰਿਸ਼ਤੇਦਾਰ ਆ ਗਏ। ਫਿਰ ਪਾਠੀ ਸਿੰਘਾਂ ਵੱਲੋਂ ਤੇ ਧਿਆਨ ਹਟਿਆ, ਮਹਾਰਾਜ ਵੱਲੋਂ ਵੀ ਧਿਆਨ ਹਟਿਆ, ਫਿਰ ਰਿਸ਼ਤੇਦਾਰਾਂ ਦੀ ਆਓ ਭਗਤ ਦੇ ਵਿੱਚ ਹੋ ਗਏ। ਤੇ ਜਿਸ ਦਿਨ ਭੋਗ ਪੈਣਾ ਸੀ, ਕਹਿਣ ਲੱਗੇ ਤੀਜਾ ਦਿਨ ਹਲਵਾਈਆਂ ਦਾ, ਤੇ ਤੀਜੇ ਦਿਨ ਹਲਵਾਈਆਂ ਦੇ ਪਿੱਛੇ ਦੌੜਦੇ ਰਹੇ, ਇਹਨਾਂ ਨੂੰ ਬਾਣੀ ਦਾ ਭੋਗ ਪੈ ਗਿਆ। ਅੱਜ ਰਿਸ਼ਤੇਦਾਰ ਆਏ ਤੇ ਹੱਥ 'ਚ ਚੌੜ ਸਾਹਿਬ ਫੜ ਕੇ ਖਲੋ ਗਿਆ। ਲੋਕਾਂ ਨੂੰ ਪਤਾ ਤੇ ਲੱਗੇ ਧਰਮੀ ਕਿੰਨਾ, ਤੇ ਇਹੋ ਜਿਹੇ ਧਰਮੀ ਨੇ ਪੂਰੀ ਬਾਣੀ 'ਚ ਇੱਕ ਓੰਕਾਰ ਵੀ ਨਹੀਂ ਸੁਣਿਆ ਕੁਝ ਨਹੀਂ। ਅਸੀਂ ਸਤਿਗੁਰੂ ਕੇ ਸਿੱਖੋ, ਜਿੰਨਾ ਅਦਬ ਗੁਰੂ ਕੀ ਬਾਣੀ ਦਾ ਕਰੋਗੇ, ਗੁਰੂ ਕੀਆਂ ਰਹਿਮਤਾਂ ਨੂੰ ਉਹਨਾਂ ਪ੍ਰਾਪਤ ਕਰ ਜਾਓਗੇ। ਜੇ ਗੁਰੂ ਕੀ ਬਾਣੀ ਦਾ ਅਸੀਂ ਸਤਿਕਾਰ ਨਹੀਂ ਕਰਦੇ, ਸਾਡੇ ਘਰ ਦੇ ਵਿੱਚ ਕੋਈ ਜੰਮੇ ਮਰੇ, ਅਸੀਂ ਕੁਝ ਮੰਗਣਾ ਤੇ ਅਸੀਂ ਕਿਹਦੇ ਅੱਗੇ ਝੋਲੀ ਅੱਡਦੇ ਹਾਂ? ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਝੋਲੀ ਅੱਡਦੇ ਹਾਂ।
ते ओ सिख होवे गुरु का सिख, नाम दे पिछे सिंह लिखाउंदा होवे ते मरण तो पहला असी गुरु ग्रंथ साहिब दे संपूर्ण दर्शन ना करिए। कादे असी सिख होए? कलगीधर पातशाह जी का पावन पुरब जो कल गुरु ग्रंथ साहिब जी का असी मनाया है, मैं इतिहास चो बेनती करा गुरमुखो, पहला प्रकाश सचखंड श्री हरमंदिर साहिब विखे हुंदा है। समा अपनी चाले चलिया, धन गुरु तेग बहादुर महाराज जी ने भी बाणी उचारण की। गुरु कलगीधर पातशाह जी ने बहुत सारी बाणी सानू सिखां नू बख्शिश की। आनंदपुर साहिब दे घेरे भी पए, चमकौर दी जंग भी हुंदी आ, वड्डे साहिबजादे छोटे साहिबजादियां दी शहीदी हुंदी आ। महाराज मालवे दी धरती ते पहुंचदिया साबो की तलवंडी, इथे धन गुरु गोबिंद सिंह महाराज जी दे कोलों सिखां ने बेनती की, महाराज साडे कोल हुण थोड़ा समा है, क्यों ना गुरु ग्रंथ साहिब दी बाणी दे सानू अर्थ बोध करवाए जाण। उस समय महाराज ने सिखां नू संदेश दिता, कहन लगे जाओ माझे दी धरती ते जाओ, ते माझे दी धरती ते साडा सिख है बाबा दीप सिंह, उन्हां नू बुला के लैके आओ। उन्हां नू आखो गुरु गोबिंद सिंह जी ने चेते कीता है ते इह धन बाबा दीप सिंह कलगीधर पातशाह दे कोलों छोटे हुंदे इन्हां ने विद्या प्राप्त कीती सी। मर ने जदों घेरे पैण सी उहदे तो पहला बाबा दीप सिंह नू माझे नू तोड़ दिता सी ते इह भी बचन कीता कि जिन्ना चिर तक असीं आवाज़ नहीं बुलावांगे नहीं उन्ना चिर तक तुसीं वापस नहीं साडे कोल आउणा। बाबा दीप सिंह जी नू सुनेहा भेजिया गया। इथों फिर बाबा दीप सिंह जदों दमदमा साहिब पहुंचदे आ, मर ने आख्या जाओ धीर मलियां दे कोल गुरु ग्रंथ साहिब महाराज दा पावन स्वरूप पिया है, जाओ लैके आओ गुरु तेग बहादुर महाराज दी बाणी दर्ज करनी है। पर जदों बाबा दीप सिंह जी गए, धीर मलियां ने साफ इनकार कर दिता। चेते रखियो भावें ईरखा इन्नी क माड़ी जे, कई बारी रब रूप साडे सामने खलो जाते हैं पर ईरखा झुकण वास्ते राजी नहीं हुंदी। तां ही ते मर ने आख्या निमरता भी दो तरह दी है, एक ते ओह ने जिहड़े सिर्फ लालच वस होके झुकदे पए आ, जिन्हां नूं कोई लालच आ वो झुकणगे, पर जिद्दन उन्हां दा लालच पूरा हो गया वो कहंदे ने तूं कौन ते मैं कौन, वो पछाण के भी राजी नहीं। पर दूसरी निमरता है जिहड़े अंदरों निमरता भाव दे विच झुक जाए। मर कहने एक ओह ने सीस निवाया क्या थिया जां हृदय कसुद्दा जाए, एक ओह ने मर कहने जे तेरा अंदर मैला तेरा झुकिया भी परवान नहीं, ते उस झुकने नूं मर ने किहदे नाल जिक्र कीता। मर कहने तेरा झुकना ते एक शिकारी दी तरह है जिहड़ा झुक के सिर्फ शिकार करना जानदा है। मर कहने अपराधी दूना निवै जो हंता मिर्गाए, उदां जिवें एक शिकारी झुकदा वो लम्मे पै जांदा है, पर ओदा झुकना इस वास्ते नहीं कि वो रब वास्ते झुकदा पिया है, ओदा झुकना इस करके कि मैं शिकार नूं धोखा दे के ओदा शिकार कर लवां। पर मारे आख्या गुरमुख दा झुकना किवें दा है, जिवें दरखत दे किसे टाणे नूं रस्सियां पा पा के बन्नांगे। गुरमुखो जिद्दन रस्सी टुटी वो रुख की टाणी फिर उस तरह सीधी होवेगी, पर जिस दिन उस टाणी नूं मिठे फल लगणगे ਉਹਨੂੰ ਝੁਕਾਉਣ ਦੀ ਲੋੜ नहीं ਪੈਂਦੀ, ਉਹ ਫਲਾਂ ਦੇ ਭਾਰ ਦੇ ਨਾਲ ਮਿਠਾਸ ਦੇ ਨਾਲ ਹੀ ਝੁਕ ਜਾਂਦੀ ਹੈ। ਜਿੱਦਨ ਅੰਦਰ ਗੁਰੂ का शब्द गुरु की बाणी वसदी आ ਉਹਨੂੰ ਝੁਕਣ ਵਾਸਤੇ ਕਹਿਣ ਦੀ ਲੋੜ नहीं ਪੈਂਦੀ। ਮਾਰ ने आख्या वो अपने आप ही ਝੁਕ ਜਾਂਦਾ है। गुरु की बाणी अंदर सब तो वड्डा पुन भी इहो आख्या गया, कर साध अंजलि पुन वड्डा है, कर डंडौत पुन वड्डा है। कह लगे गुरु ते अगे झुक जा, सब तो वड्डा पुन ही यह है। सतगुरु सच्चे पातशाह जी ने भेजा बाबा दीप सिंह जी नूं, पर अगों धीरमल कहंदा पिया जे गुरु गोबिंद सिंह सचमुच ही सच्चा पातशाह है ते फिर साडे कोलों गुरु ग्रंथ साहिब दा स्वरूप क्यों मंगदे पए ने। जे सचमुच गुरु नानक जी ओ जोत ने आपे बाणी उचार लैन। बाबा दीप सिंह ने आख्या मैनू गुरु का हुक्म नहीं, जे हुक्म हुंदा ते मैं अजे नितारा करके जांदा कि सच्चा कौन सी ते झूठा कौन सी। वापस आए बाबा दीप सिंह ने दस्सिया महाराज धीर मलिया ने स्वरूप देन तो इनकार कीता है ते इह गल कह दित्ती कि गुरु गोबिंद सिंह जे सच्चे ने ते आपे बाणी उचार कर लैन। उस दिन मर ने बचन कीता भाई मनी सिंह
ਉਹਨਾਂ ਨੂੰ ਫਿਰ ਇਹ ਹੁਕਮ ਲਾਇਆ ਕਿ ਤੁਸੀਂ ਲਿਖਾਰੀ ਹੋਵੋਗੇ, ਤੇ ਗੁਰੂ ਬਾਬਾ ਦੀਪ ਸਿੰਘ ਨੂੰ ਸਹਾਇਕ ਥਾਪਿਆ ਗਿਆ। ਮਹਾਰਾਜ ਪਹਿਲੇ ਦਿਨ ਜ਼ਿਕਰ ਆਉਂਦਾ ਕਿ ਮਹਾਰਾਜ ਨੇ ਚੌਂਕੜਾ ਲਾਇਆ ਸਾਬੂ ਕੀ ਤਲਵੰਡੀ, ਤੇ ਪਹਿਲੇ ਦਿਨ 13 ਅੰਗ ਉਚਾਰਨ ਕੀਤੇ ਮੂੰਹ ਜ਼ਬਾਨੀ ਕੰਠ, ਤੇ ਨਾਲ ਹੀ ਸਤਿਗੁਰੂ ਨੇ ਇਹਨਾਂ ਅੰਗਾਂ ਦੇ ਅਰਥ ਵੀ ਕੀਤੇ। ਸਤਿਗੁਰੂ ਨੇ 9 ਮਹੀਨੇ 9 ਦਿਨ 9 ਘੜੀਆਂ ਲਾਈਆਂ, ਤੇ ਸੰਪੂਰਨ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਮਹਾਰਾਜ ਜੀ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਚਾਰਨ ਕੀਤੀ। ਜਿਸ ਸਮੇਂ ਬਾਣੀ ਸੰਪੂਰਨ ਹੁੰਦੀ ਆ, ਅੱਜ ਵੀ ਜਿਨ੍ਹਾਂ ਦੇ ਵਿੱਚੋਂ ਕਈਆਂ ਨੇ ਦਮਦਮਾ ਸਾਹਿਬ ਦਰਸ਼ਨ ਕੀਤੇ ਹੋਣਗੇ, ਉੱਥੇ ਤਖਤ ਸਾਹਿਬ ਦੇ ਕੋਲ ਇੱਕ ਅੰਮ੍ਰਿਤ ਸਰੋਵਰ ਆ, ਗੁਰਦੁਆਰਾ ਲਿਖਣਸਰ ਸਾਹਿਬ। ਮਹਾਰਾਜ ਨੇ ਜੋ ਕਲਮਸ਼ਾਹੀ ਦੁਆਤ ਸੀ ਉਹ ਸਾਰੀਆਂ ਉਸ ਸਰੋਵਰ ਦੇ ਵਿੱਚ ਪ੍ਰਵਾਹ ਕੀਤੀਆਂ, ਤੇ ਬਚਨ ਕੀਤਾ, ਗੁਰੂ ਕੇ ਸਿੱਖੋ ਇਹ ਸਭ ਕੀ ਤਲਵੰਡੀ ਗੁਰੂ ਕੀ ਕਾਸ਼ੀ ਹੈ। ਤੇ ਉਸ ਅਸਥਾਨ ਨੂੰ ਇਹ ਵਰ ਵੀ ਦਿੱਤਾ ਕਿ ਜਿਹਨੂੰ ਕੋਈ ਮੰਦ ਬੁੱਧੀ ਜਿਹਨੂੰ ਕਹਿਣ ਕਿ ਇਹ ਤੇ ਬੱਚਾ ਪੜ੍ਹ ਹੀ ਨਹੀਂ ਸਕਦਾ, ਮਹਾਰਾਜ ਨੇ ਕਹੇ ਇਸ ਧਰਤੀ ਤੇ ਆ ਕੇ 35 ਅੱਖਰੀ ਆਪਣੇ ਹੱਥਾਂ ਨਾਲ ਲਿਖੇ ਮੰਦ ਬੁੱਧੀ ਵਿਅਕਤੀ ਵੀ ਇਥੋਂ ਗਿਆਨੀ ਬਣ ਕੇ ਜਾਣਗੇ। ਅੱਜ ਵੀ ਉਸ ਧਰਤੀ ਦੇ ਉੱਤੇ ਇਹ ਰਹਿਮਤਾਂ ਵਰਤਦੀਆਂ ਨੇ। ਮਹਾਰਾਜ ਨੇ ਉਸ ਸਮੇਂ ਸੰਪੂਰਨਤਾ ਹੋਈ, ਤੇ ਅਰਦਾਸ ਉੱਤੇ ਕੀਤੀ, ਤੇ ਮੁੱਖ ਵਾਕ ਆਇਆ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨ ਸੂਝੈ ਦੂਜੀ ਠਾਹਰ ਹਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖਾ ਛੂਟਿਆ ਨਿਰਗੁਣ ਲਿਹੋ ਉਬਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹੁਬਾਰੀ। ਗੁਰਮੁਖੋ, ਗੁਰੂ ਕੀ ਬਾਣੀ ਕਿੱਡੀਆਂ ਵੱਡੀਆਂ ਰਹਿਮਤਾਂ ਸਾਡੇ ਕੋਲ ਨੇ। ਜੇ ਇੱਕ ਇੱਕ ਸ਼ਬਦ ਦੇ ਉੱਤੇ ਮਹਾਰਾਜ ਨੇ ਤੇ ਦੇਖੋ, ਮਹਾਰਾਜ ਦੇ ਕੋਲ ਅਸੀਂ ਆਉਂਦੇ ਆ, ਸਾਡੇ ਕੋਲੋਂ ਆਪਣੇ ਜੀਵਨ ਦੇ ਵਿੱਚ ਅਨੇਕਾਂ ਗਲਤੀਆਂ ਭੁੱਲਾਂ ਅਵਗਿਆ ਹੁੰਦੀਆਂ ਨੇ, ਪਰ ਮਹਾਰਾਜ ਕਹਿੰਦੇ ਤੂੰ ਗੁਰੂ ਦੇ ਕੋਲ ਆ, ਤੇ ਆ ਕਰਕੇ ਇੱਕ ਪੱਲਾ ਜੋੜ ਕੇ ਆਪਣੀ ਝੋਲੀ ਅੜ ਕੇ ਸਤਿਗੁਰੂ ਦੇ ਅੱਗੇ ਇੱਕ ਬੇਨਤੀ ਕਰ, ਮਹਾਰਾਜ ਮੇਰਾ ਜੀਵਨ ਏਦਾਂ ਦਾ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਨਾ ਕੋਈ ਸੇਵਾ ਨਾ ਸਿਮਰਨ, ਕੁਝ ਨਹੀਂ ਮੈਂ ਆਪਣੇ ਜੀਵਨ ਦੇ ਵਿੱਚ ਕੀਤਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਮਹਾਰਾਜ ਮੇਰਾ ਤੇ ਜੀਵਨ ਅਤ ਦਾ ਨੀਵਾਂ ਹੈ, ਪਰ ਮੈਨੂੰ ਇੰਨਾ ਪਤਾ ਹੈ ਕਿ ਜਿਹੜਾ ਤੇਰੇ ਘਰ ਦੇ ਵਿੱਚ ਆ ਕੇ ਝੁਕਦਾ ਹੈ, ਝੁਕਣ ਵਾਲੇ ਨੂੰ ਬਹੁਤ ਕੁਝ ਮਿਲ ਜਾਂਦਾ ਹੈ। ਬਸ ਸਾਡਾ ਦੁਖਾਂਤ ਇਹ ਆ ਕਿ ਅਸੀਂ ਗੁਰੂ ਤੇ ਭਰੋਸਾ ਨਹੀਂ ਕਰਦੇ। ਅਸੀਂ 2-3 ਐਤਵਾਰ ਆਖਿਆ ਮਹਾਰਾਜ ਆ ਦੇ ਦੇ ਤੇ ਅਸੀਂ ਤੇਰੇ ਮੱਥਾ ਟੇਕਾਂਗੇ। ਅਸੀਂ ਤੇ ਗੁਰੂ ਦੇ ਅੱਗੇ ਵੀ ਸ਼ਰਤਾਂ ਪਾਉਂਦੇ ਹਾਂ। ਅਸੀਂ ਕਹਿੰਦੇ ਜੇ ਮਹਾਰਾਜ ਮੇਰੀ ਆ ਮੰਗ ਪੂਰੀ ਕਰ ਦਿਓ ਕਿ ਮੈਂ ਲੱਡੂਆਂ ਦਾ ਡੱਬਾ ਲੈ ਕੇ ਆਵਾਂਗਾ। ਗੁਰਮੁਖੋ, ਗੁਰੂ ਤੁਹਾਡੇ ਲੱਡੂਆਂ ਦੇ ਡੱਬਿਆਂ ਤੋਂ ਭੁੱਖਾ ਨਹੀਂ ਤੇ ਬੈਠਾ। ਅਸੀਂ ਤੇ ਗੁਰੂ ਦੇ ਨਾਲ ਵੀ ਸ਼ਰਤਾਂ ਲਾਉਂਦੇ ਆ, ਜੇ ਮੰਨੇਗਾ ਤੇ ਫਿਰ ਆਉਣਾ ਹੈ, ਜੇ ਮੰਨੇਗਾ ਤੇ ਫਿਰ 5 ਐਤਵਾਰ ਆਉਣਾ, ਨਹੀਂ ਤੇ ਮੈਂ ਨਹੀਂ ਜੇ ਆਉਣਾ। ਪਰ ਗੁਰੂ ਦੇ ਨਾਲ ਸ਼ਰਤਾਂ ਲਾ ਕੇ ਅਸੀਂ ਕਿੱਥੇ ਜਾਵਾਂਗੇ? ਮਰ ਕਹਿੰਦੇ ਚੇਤੇ ਰੱਖੀ ਮਾਣ ਨਾ ਕਰੀ ਕਿ ਮੈਂ 5 ਵਾਰੀ 10 ਵਾਰੀ ਆ ਗਿਆ, ਚੇਤੇ ਰੱਖੀ ਲੇਖੈ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮਰ ਕਹਿੰਦੇ ਅਸੀਂ ਤੇ ਘੜੀ ਮੁੜੀ ਹਰ ਇੱਕ ਪਲ ਦੇ ਵਿੱਚ ਭੁੱਲਦੇ ਪਏ ਹਾਂ। ਗੁਰੂ ਦੇ ਨਾਲ ਅਸੀਂ ਸ਼ਰਤਾਂ ਕਿੱਥੋਂ ਲਾ ਲਾਂਗੇ? ਤੇ ਜਿਨ੍ਹਾਂ ਨੂੰ ਭਰੋਸਾ ਗੁਰੂ ਦੇ ਉੱਤੇ ਵੱਜ ਜਾਵੇ। ਇਤਿਹਾਸ ਦੇ ਵਿੱਚ ਇੱਕ ਬਚਨ ਆਉਂਦਾ ਜੀ ਮਾਤਾ ਸੁਲੱਖਣੀ ਦਾ। ਉਹ ਮਾਤਾ ਆਤ ਦੀ ਅਮੀਰੀ ਦੀ, ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ, ਕੋਈ ਉਹਨੇ ਥਾਂ ਨਹੀਂ ਛੱਡਿਆ ਜਿੱਥੇ ਉਹਨੇ ਜਾ ਕੇ ਮੱਥੇ ਨਾ ਰਗੜੇ ਹੋਣ, ਜਿੱਥੇ ਉਹਨੇ ਜਾ ਕੇ ਪ੍ਰਕਰਮਾ ਨਾ ਕੀਤੀਆਂ ਹੋਣ, ਪਰ ਕਿਤੇ ਝੋਲੀ ਉਹਦੀ ਭਰੀ ਨਾ। ਆਖਿਰ ਕਿਸੇ ਨੇ ਆਖਿਆ, ਕਹਿਣ ਲੱਗੇ ਜੇ ਸੱਚਮੁੱਚ ਚਾਹੁੰਦੀ ਹੈ ਕਿ ਤੇਰੀ ਝੋਲੀ 'ਚ ਕੋਈ ਔਲਾਦ ਪਵੇ, ਫਿਰ ਇੱਕੋ ਕੰਮ ਕਰ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚਲੀ ਜਾ। ਉਹਨੇ ਸੁਣਿਆ ਜੀ, ਸੁਣ ਕੇ ਮਾਤਾ ਜਾਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ। ਅੱਜ ਭਰਿਆ ਦਰਬਾਰ ਸਜਿਆ ਹੈ। ਮਾਤਾ ਆਈ, ਉਹਨੇ ਆ ਕੇ ਨਮਸਕਾਰ ਕੀਤੀ ਸਤਿਗੁਰੂ ਨੂੰ, ਬਚਨ ਕੀਤਾ, ਸਤਿਗੁਰੂ ਤੁਹਾਡਾ ਦਿੱਤਾ ਸਾਰਾ ਕੁਝ ਘਰ ਦੇ ਵਿੱਚ ਆ,
पर अजे तक औलाद का कोई सुख नहीं मिलिया। आप किरपा करो, मेरी झोली दे विच कोई औलाद का सुख पैदा करो। महाराज ने देखिया कि अजे आई आ पर अंदर अजे पक्का नहीं, क्योंकि जिन्ना चिर तक मैं कहना भरोसे तो बिना ते गुरमुखो भरे भांडे भी बिल्कुल खाली रह जाते हैं। मर ने आख्या कि तेरे कर्मां दे विच कोई सुख नहीं औलाद दा। हुण यकीन गुरु ते नहीं सी, उन्हें सुनिया ते पिछे नूं परत आई। भाई गुरदास जी मिलदे आ, ਉਹ ਮਾਤਾ ਰੋਂਦੀ ਪਈ ਆ। ਭਾਈ ਸਾਹਿਬ ਪੁੱਛਦੇ ਆ ਕੀ ਹੋਇਆ ਇਸ ਘਰ ਦੇ ਵਿੱਚ? ਮੈਂ ਲੋਕ ਰੋਂਦੇ ਜਾਂਦੇ ਤੇ ਦੇਖੇ ਆ, ਪਰ ਕਦੇ ਰੋਂਦਾ ਵਾਪਸ ਨਹੀਂ ਪਰਤਿਆ ਦੇਖਿਆ। ਤੇ ਮੈਂ ਅਕਸਰ ਹੀ ਬੇਨਤੀ ਕਰਦਾ, ਜਿਹਦੀ ਝੋਲੀ ਇਸ ਘਰ ਦੇ ਵਿੱਚੋਂ ਨਹੀਂ ਭਰੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਦਾਤਾਂ ਨਹੀਂ ਮਿਲੀਆਂ, ਗੁਰਮਖੋ ਜਿੰਨੀਆਂ ਮਰਜ਼ੀ ਬੜੀਆਂ ਮਸਾਣਾ ਤੇ ਮੱਥੇ ਰਗੜਦੇ ਫਿਰੋ, ਕਿਤੇ ਝੋਲੀ ਨਹੀਂ ਦੇ ਭਰਦੀ। ਜਿਹਦੀ ਇਸ ਘਰ ਚੋਂ ਨਹੀਂ ਪੂਰੀ ਪਈ, ਕਿੱਥੋਂ ਪਏਗੀ? उस मां नूं पुछया, कहने लगे कल ही रोंदे इस घर चों कदे कोई रोंदा वापस नहीं परतिया। उन्हें आख्या मैं महाराज दे कोल आई सा कि एक औलाद दा सुख बख्शो, पर सतगुरु ने आख्या कि तेरी कर्मां च ते सुख ही है नहीं, मैं वापस परत आई। उन्हें पुछया तू वापस क्यों आई? कहने लगे जे गुरु ने ना ही कर दी ते फिर काहदा उत्थे रहना। मरने भाई साहब कहंदे ने नहीं, जो मर्जी हो जे गुरु दा कदे पल्ला नहीं छड्डीदा। ਮਰ ਨੇ ਆਖਿਆ ਸਿੱਖਾ ਜੇ ਸਿੱਖੀ ਕਮਾਉਣੀ ਹੋ ਤੇ ਘਰ ਦੇ ਵਿੱਚ ਵੱਜੇ ਹੋਏ ਇੱਕ ਕੁੱਤੇ ਤੋਂ ਸਿੱਖ ਮਾਲਕ ਦੀ ਵਫਾਦਾਰੀ ਕਿਵੇਂ ਕਰੀਦੀ ਹੈ। ਮਾਲਕ ਝਿੜਕਦਾ ਹੈ, ਮਾਲਕ ਸੋਟਾ ਮਾਰੇਗਾ, ਡੰਡਾ ਮਾਰੇਗਾ, ਭੱਜ ਜਾ ਇਥੋਂ। ਕੁੱਤਾ ਕਦੇ ਵੀ ਮਾਲਕ ਦਾ ਘਰ ਛੱਡ ਕੇ ਗਵਾਂਢੀਆਂ ਦੇ ਬੂਹੇ ਅੱਗੇ ਨਹੀਂ ਬੈਠਦਾ। ਉਹਨੂੰ ਪਤਾ ਹੈ ਜੇ ਅੱਜ ਇਹਨੇ ਝਿੜਕ ਮਾਰੀ, ਅੱਜ ਇਹਨੇ ਡਾਂਗ ਸੋਟਾ ਮਾਰਿਆ, ਕੱਲ ਨੂੰ ਪਿਆਰ ਨਾਲ ਪੁਚਕਾਰ ਕੇ ਰੋਟੀ ਵੀ ਤੇ ਇਹਨੇ ਹੀ ਦੇਣੀ ਹੈ, ਤਰਸ ਵੀ ਤੇ ਇਹ ਨਹੀਂ ਦੇਣਾ। ਮਹਾਰਾਜ ਨੇ ਤੇ ਬਚਨ ਵੀ ਕੀਤਾ, ਜੇ ਅਸੀਂ ਆਸਾ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ, ਚਾਕਰ ਲੱਗਾ ਚਾਕਰੀ ਜੇ ਚੱਲਾ ਖਸਮੈ ਪਾਏ, ਹੁਰਮਤ ਇਸ ਨੂੰ ਅਗਲੀ ਉਹ ਵਜੋ ਪਿਦੂਣਾ ਖਾਏ। ਜੇ ਮਾਲਕ ਦੇ ਭਾਣੇ ਦੇ ਵਿੱਚ ਚੱਲਦਾ ਨੌਕਰ ਤੇ ਮਹਾਰਾਜ ਕਹਿੰਦੇ ਮਾਲਕ ਕਈ ਵਾਰੀ ਖੁਸ਼ ਹੋ ਕੇ ਤਨਖਾਹ ਤੋਂ ਵੀ ਜ਼ਿਆਦਾ ਉਹਨੂੰ ਕੁਝ ਦੇ ਦਿੰਦਾ ਹੈ, ਪਰ ਜੇ ਕਿਤੇ ਉਹੀ ਚਾਕਰ ਮਾਲਕ ਦੀ ਬਰਾਬਰੀ ਕਰੇ ਤੇ ਮਰ ਕਹਿੰਦੇ ਉਹਦਾ ਸਗੋਂ ਨੀਵਾਂ ਡਿੱਗਦਾ ਤੇ ਉਹਦਾ ਹਾਲ ਕੀ ਹੁੰਦਾ, ਮੋਹੇ ਮੋਹ ਭਾਣਾ ਖਾਏ, ਉਹਦੇ ਪੱਲੇ ਸਿਰਫ ਜੁੱਤੀਆਂ ਰਹਿ ਜਾਂਦੀਆਂ। ਮਰ ਨੇ ਆਖਿਆ ਵੇਖ, ਜੇ ਸੱਚਮੁੱਚ ਰੱਬ ਦੇ ਨਾਲ ਜੁੜਨਾ ਚਾਹੁੰਦਾ, ਸਵਾਮੀ ਕੋ ਗ੍ਰਹਿ ਜਿਉ ਸਦਾ ਸੁਆੰਤ ਜਤਨੀ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ। ਦੁੱਖ ਆਜੇ ਸੁਖ ਆਜੇ, ਮੈਂ ਪਿੱਛੇ ਬੇਨਤੀ ਕੀਤੀ ਕੇਤਿਆ ਦੁੱਖ ਭੂਖ ਸਦ ਮਾਰ। ਮਹਾਰਾਜ ਦੁਖਿਆ ਸੁਖਿਆ ਭੁੱਖਿਆ ਮਾਰਾਂ ਪੈ ਗਈਆਂ। ਉਹ ਲਾਂਬਾ ਨਹੀਂ, ਉਹ ਵੀ ਹੱਥ ਜੋੜ ਕੇ ਕਹਿੰਦਾ ਪਿਆ ਇਹ ਪੇਦਾਤ ਤੇਰੀ ਦਾਤਾਰ ਸਤਿਗੁਰੂ, ਇਹ ਤੇਰੀ ਦਾਤ ਆ। ਮਹਾਰਾਜ ਨੇ ਜੀ ਬਚਨ ਕੀਤਾ, ਉੱਤੇ ਕਹਿਣ ਲੱਗੇ ਗੁਰੂ ਦਾ ਦਰ ਨਹੀਂ ਛੱਡੀਦਾ। ਮਾਤਾ ਸੁਲੱਖਣੀ ਨੇ ਫਿਰ ਵਾਪਸ ਪਰਤੀ। ਅੱਜ ਕਿਸੇ ਪੁੱਗੇ ਹੋਏ ਦੇ ਕੋਲੋਂ ਸਿੱਖਿਆ ਲਈ ਸੀ, ਅੱਜ ਮਹਾਰਾਜ ਘੋੜੇ ਤੇ ਸਵਾਰ ਨੇ। ਹੱਥ ਜੋੜ ਕੇ ਬੇਨਤੀ ਕਰਦੀ, ਮਹਾਰਾਜ ਮੈਂ ਬੇਨਤੀ ਕਰਨੀ ਸੀ। ਸਤਿਗੁਰੂ ਕਹਿਣ ਲੱਗੇ ਦੱਸੋ। ਉਹਨਾਂ ਨੇ ਹੱਥ ਜੋੜ ਕੇ ਆਖਿਆ ਮੇਰੀ ਝੋਲੀ ਦੇ ਵਿੱਚ ਇੱਕ ਪੁੱਤਰ ਦੀ ਦਾਤ ਪਾ ਦਿਓ। ਮਹਾਰਾਜ ਨੇ ਆਖਿਆ ਅਸੀਂ ਤੇ ਪਹਿਲਾਂ ਆਖਿਆ ਤੁਹਾਡੇ ਕਰਮਾਂ 'ਚ ਪੁੱਤਰ ਦਾ ਸੁੱਖ ਨਹੀਂ। ਅੱਜ ਮਾਂ ਨੇ ਝੋਲੀ ਅੱਡ ਕੇ ਆਖਿਆ ਮਹਾਰਾਜ ਉਦੋਂ ਵੀ ਕਰਮ ਤੁਸੀਂ ਲਿਖਣੇ ਸੀ, ਹੁਣ ਵੀ ਕਰਮ ਤੁਸੀਂ ਲਿਖਣੇ ਨੇ। ਜੇ ਉਦੋਂ ਮੇਰੇ ਕਰਮਾਂ ਦੇ ਵਿੱਚ ਸੁੱਖ ਨਹੀਂ ਸੀ, ਕਲਮ ਸ਼ਾਹੀ ਦੁਆਤ ਕਾਗਜ਼ ਅੱਗੇ ਕਰ ਦਿੱਤਾ। ਮਹਾਰਾਜ ਜੇ ਉਦੋਂ ਸੁੱਖ ਨਹੀਂ ਸੀ ਲਿਖਿਆ ਤੇ ਕਿਰਪਾ ਕਰੋ ਹੁਣ ਲਿਖ ਦਿਓ। ਅੱਜ ਪਤਾ ਸੀ ਮਹਾਰਾਜ ਨੂੰ ਕਿ ਗੁਰੂ ਤੇ ਭਰੋਸਾ ਵੱਜ ਗਿਆ। ਇਹਨੂੰ ਪਤਾ ਹੈ ਗੁਰੂ ਦੇ ਕੋਲੋਂ ਰਹਿਮਤਾਂ ਮਿਲਣੀਆਂ। ਮਹਾਰਾਜ ਪ੍ਰਸੰਨਤਾ ਦੇ ਘਰ ਦੇ ਵਿੱਚ ਆਏ, ਘੋੜੇ ਤੇ ਬੈਠੇ ਏਕਾ ਪਾਉਣ ਲੱਗੇ ਆ। ਉਹਨਾਂ ਦੇ ਘੋੜੇ ਨੇ ਪੈਰ ਹਿਲਾਇਆ, ਏਕੇ ਦੀ ਥਾਂ ਸਾਤਾ ਪਿਆ। ਜਿਹੜੀ ਮਾਂ ਇੱਕ ਪੁੱਤਰ ਵਾਸਤੇ ਦਰ ਦਰ ਤੇ ਠੋਕਰਾਂ ਖਾਂਦੀ ਸੀ, ਇਸ ਘਰ ਤੋਂ 7 ਪੁੱਤਰ ਲੈ ਕੇ ਵਾਪਸ ਮੁੜੀ। ਜੇ ਭਰੋਸਾ ਤੇ ਗੁਰੂ ਦੇ ਕੋਲੋਂ ਕੀ ਨਹੀਂ ਪਾਇਆ ਜਾ ਸਕਦਾ, ਤੇ ਜੇ ਗੁਰੂ ਦੇ ਉੱਤੇ ਭਰੋਸਾ ਨਹੀਂ ਤੇ ਫਿਰ ਅਸੀਂ ਕੀ ਕਰ ਲਵਾਂਗੇ। ਜਿਨ੍ਹਾਂ ਨੂੰ ਭਰੋਸਾ ਸੀ ਗੁਰਮੁਖੋਂ ਬੰਦ ਕਟਾ ਕੇ ਵੀ ਸਿੱਖੀ ਕਮਾ ਕੇ ਗਏ। ਮੈਂ ਅਖੀਰ ਤੇ ਬੇਨਤੀ ਕਰਾਂ, ਸਾਡਾ ਭਰੋਸਾ ਕੀ ਆ? ਅਸੀਂ ਆਖਦੇ ਹਾਂ ਅੰਮ੍ਰਿਤ ਛਕ ਲਓ ਤੇ ਅੱਗੋਂ ਜਵਾਬ ਕੀ ਮਿਲਦਾ, ਅਜੇ ਕਿਰਪਾ ਨਹੀਂ ਹੋਈ। ਇਹ ਬਿਲਕੁਲ ਬਹੁਤ ਝੂਠਾ ਜਵਾਬ, ਤੇ ਮੈਨੂੰ ਇੰਨੀ ਨਫ਼ਰਤ ਹੈ ਇਹਨਾਂ ਜਵਾਬਾਂ ਤੋਂ।
गुरमुखा जिदन किसी का माड़ा करदा कि उदन गुरु की कृपा तां किसी का माड़ा करदा। जिदन झूठ बोलदा पाप करदा ठगियां करदा नशा पीना उदन तेरे ते कोई गुरु की कृपा नहीं। ये आख कि अजे मैं अपने नरकां दे दरवाजे होर पक्के करने, मैं तां नहीं सकदा कि मैं नरकां दे विच थां बनाउंदा पिया, मैं तां नहीं सकदा पिया क्योंकि जेड़ा गुरु वाले बन जांदे ने गुरु नरकां च नहीं जाण देंदा ते मैं नरकां च जाना चाहुंदा तां नहीं मैं सकदा। सतगुरु की बाणी का फरमान है, सतगुर बाजो गुर नहीं कोई, ने गुरे का है नाम बुरा गुरु ने तिन गुरे दे नाम सुनने नूं भी माड़ा आख्या। सतगुरु साडे ते रहमत करन। गुरमुखो असीं गुरु की बाणी दे नाल जुड़िए। जिन्ना अदब गुरु की बाणी दा करोगे गुरु रहमतां वरसाउणगे ते किरपा उदन वरतनियां जिदन गुरु कलगीधर पातशाह वल्लों पंजां प्यारिਆਂ अगे झोली अड़ के आखोगे कि किरपा करो सानू अमृत दी दात दिओ। सतगुरु रहमतां कर होइयां बेअंत फुल्लां दी खिमा आओ। गुरु सवारे रागी सिंह आ चुके ने, उन्होंने गुरु की बाणी दे नाल आप नूं जोड़ना है। दास वल्लों इन्नियां क बेनतियां प्रवान करनियां होइयां बेअंत फुल्लां दी खिमा जी। वाहिगुरू जी का खालसा वाहिगुरू जी की फतेह।